सत श्री अकाल जी, मैं मनीषा स्वागत करदी हाँ तुहाडा प्रोग्राम समाज सेवा ਅਤੇ संविधान ਦੇ ਵਿੱਚ। उम्मीद करदी तुसीं ठीक ठाक हो। ਤੇ ਅੱਜ ਅਸੀਂ ਪਹੁੰਚੇ ਹਾਂ ਜੀ ਪ੍ਰਭ ਆਸਰਾ ਨਿਆਸਰਿਆਂ ਦਾ ਆਸਰਾ। ਉਹਨਾਂ ਦੇ ਲਈ ਘਰ ਆ ਜੋ ਲੋੜਵੰਦ ਨੇ, ਜਿਨ੍ਹਾਂ ਨੂੰ ਲੋੜ ਆ ਪ੍ਰਭ ਆਸਰਾ ਉਹਨਾਂ ਦੇ ਲਈ ਹਮੇਸ਼ਾ ਅਵੇਲੇਬਲ ਆ 24/7 ਆਵਰਸ। सो अज मैनू इत्थे आके ना बहुत पॉजिटिव वाइब्स फील हुई। मैं हमेशा सुनती होंदी सी, बट इत्थे आके लोगों का बिहेवियर देखा, स्टाफ जिवें दा आ, बच्चे बजुर्ग किन्ने खुश ने, किन्नी पॉजिटिविटी है उन्हां च। उन्हां नूं इदां लगदा कि ये अपना घर आ, अपने घर नालों वध के भी एक दूजे दे नाल प्यार कर रहे हैं। सो रजिंदर मैम साडे नाल ने, उन्हां नाल गल्लां बातां करांगे, उन्हां दी जिंदगी नाल जुड़ियां गल्लां करांगे ते नाल ही संस्था दे नाल जुड़ियां गल्लां बातां करांगे। बहुत बहुत स्वागत है मैम जस पंजाबी ते तुहाडा। धन्यवाद जी। जी ठीक हो? किरपा वाहिगुरू जी। जी मैम बहुत वड्डी संस्था है प्रभ आसरा, कल्लियां लई थोड़ा औखा हुंदा। सो किन्ने क लोग ने जिहड़े तुहाडे नाल खड़े ने, तुहाडा साथ दे रहे ने? मैं कह रही हाँ जी, वो गिनती दे नहीं हैं ਜਿਹੜੇ ਸਪੋਰਟ ਕਰ ਰਹੇ ਹੈਗੇ ਆ ਦਿਨ ਰਾਤ ਇੱਥੇ। ਉਹਨਾਂ ਦੇ ਸਹਿਯੋਗ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਅੱਗੇ ਵਧ ਰਹੇ ਹਾਂ। ਮੈਂ ਧੰਨਵਾਦ ਕਰਦੀ ਹਾਂ ਸਾਰੇ ਸਰੋਤਿਆਂ ਦਾ ਵੀ, ਵਿਊਅਰਸ ਦਾ ਵੀ, ਤਾਂ ਕਿ ਵੀ ਜੋ ਵੀ ਤੁਸੀਂ ਕਰ ਰਹੇ ਹੋ ਪ੍ਰਭ ਆਸਰਾ ਲਈ ਕੋਈ ਨਹੀਂ ਕਰ ਸਕਦਾ। ਤੁਹਾਡਾ ਇੱਕ ਇੱਕ ਪੈਨੀ ਦਸਵੰਧ ਜਦੋਂ ਸਾਡੇ ਕੋਲ ਪਹੁੰਚਦਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਕਿੱਥੇ 2 ਕਮਰਿਆਂ ਤੋਂ ਲੈ ਕੇ ਅੱਜ ਇੱਕ ਬਹੁਤ ਵੱਡਾ ਇੱਕ ਜਹਾਨ ਬਣ ਚੁੱਕਿਆ। ਲੇਕਿਨ ਹਜੇ ਵੀ ਸੁਪਨੇ ਸਾਡੇ ਬਹੁਤ ਵੱਡੇ ਹਨ, ਲੰਬੇ ਹਨ ਨਾ, ਜਿਹੜੇ ਕਿ ਪੂਰੇ ਕਰਨ ਦੀ ਹਜੇ ਲੋੜ ਹੈ ਤੇ ਲੋੜਾਂ ਵੀ ਬਹੁਤ ਹੈਗੀਆਂ ਸਮਾਜ ਦੀਆਂ। ਤੇ ਹਰ ਲੋੜ ਤਾਂ ਚਲੋ ਨਹੀਂ ਕੀਤੀ ਜਾ ਸਕਦੀ ਪੂਰੀ, ਲੇਕਿਨ ਜਿੱਥੇ ਜਿੱਥੇ ਤੱਕ ਸਾਡਾ ਕੋਸ਼ਿਸ਼ ਹੈ ਕਿ ਵੀ ਅਸੀਂ ਜਿੰਨਾ ਕੁ ਕਰ ਸਕਦੇ ਹਾਂ। ਲਾਈਫ ਬਹੁਤ ਛੋਟੀ ਜੀ ਆ, ਇਹ ਛੋਟੀ ਜੀ ਲਾਈਫ ਨੂੰ ਇੱਕ ਮਾਇਨੇ ਦੇਣਾ ਚਾਹੁੰਦੇ ਉਸ ਪਰਮਾਤਮਾ ਦੇ ਘਰ ਦੇ ਵਿੱਚ ਰਾਹ ਉਹਦੇ ਵਾਸਤੇ ਕਲੀਅਰ ਕਰਨਾ ਚਾਹੁੰਦੇ ਹਾਂ। ਬਸ ਉਸੇ ਕੋਸ਼ਿਸ਼ 'ਚ ਲੱਗੇ ਹਾਂ ਦਿਨ ਰਾਤ, ਤੇ ਆਸ ਹੈ ਕਿ ਵੀ ਸਾਰਿਆਂ ਦੇ ਸਹਿਯੋਗ ਦੇ ਨਾਲ ਉਹਦੇ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ ਜੀ। ਇੱਕ ਤਾਂ ਹੁੰਦਾ ਕਿ ਅਸੀਂ ਐਕਸਪੈਕਟੇਸ਼ਨਸ ਕਰਦੇ ਹਾਂ, ਤੇ ਇੱਕ ਹੁੰਦਾ ਅਸੀਂ ਡਿਊਟੀ ਜਿਹੜੀ ਆਪਣੀ ਨਿਭਾਉਂਦੇ ਆ। ਟੀਚਰ ਆਪਣਾ ਕੰਮ ਕਰਕੇ ਚਲੇ ਜਾਂਦੇ ਆ, ਬਟ ਜਿਹਨੇ ਆਪਣੀ ਡਿਊਟੀ ਨਿਭਾਉਣੀ ਆ ਨਾ, ਉਹ ਪੂਰਾ ਦਿਨ ਕੰਮ ਕਰਦੇ ਨੇ, ਤੇ ਉਹ ਡਿਊਟੀ ਆ ਜਿਹੜੀ ਤੁਸੀਂ ਨਿਭਾ ਰਹੇ ਹੋ। ਬਿਲਕੁਲ ਜੀ, ਅਸੀਂ ਇਹੀ ਕਹਿੰਦੇ ਹਾਂ ਕਿ ਵੀ ਅਸੀਂ ਡਿਊਟੀ ਉਸ ਆਪਣੇ ਪਰਮਾਤਮਾ ਦੀ, ਆਪਣੇ ਰਹਿਬਰ ਦੀ, ਉਹਨਾਂ ਦੀ ਡਿਊਟੀ ਕਰਦੇ ਹਾਂ। ਸਾਨੂੰ ਜਵਾਬ ਦੇ ਉਹਨਾਂ ਨੂੰ ਹੋਣਾ, ਚਾਹੇ ਅਸੀਂ ਰਾਤ ਨੂੰ ਹੋਈਏ, ਚਾਹੇ ਅਸੀਂ ਕੱਲ੍ਹ ਨੂੰ ਹੋਈਏ, ਚਾਹੇ ਜਦੋਂ ਸਾਨੂੰ ਉਹ ਬੁਲਾਵਾ ਭੇਜੇ ਉਦੋਂ ਹੋਈਏ, ਅਸੀਂ ਜਵਾਬ ਦੇ ਉਸ ਪਰਮਾਤਮਾ ਦੇ ਹਾਂ। ਤੇ ਸਾਡੀ ਇਹੀ ਕੋਸ਼ਿਸ਼ ਹੁੰਦੀ ਆ ਕਿ ਸਾਡੀ ਕਿਸੇ ਡਿਊਟੀ 'ਚ ਊਣਤਾ ਹੀ ਨਾ ਰਹਿ ਜਾਏ, ਮਤਲਬ ਸਾਨੂੰ ਅੱਗੋਂ ਸੁਣਨਾ ਨਾ ਪੈ ਜਾਏ, ਵੀ ਸਾਡੇ ਰਾਹ ਵਿੱਚ ਕੁਛ ਅੜਿੱਕਾ ਨਾ ਬਣ ਜਾਏ। ਬਸ ਅਰਦਾਸਾਂ ਕਰੀਦੀਆਂ, ਕਰ ਤਾਂ ਨਹੀਂ ਇਨਸਾਨ ਸਕਦਾ, ਅਰਦਾਸ ਕਰਕੇ ਉਹ ਬੇਨਤੀਆਂ ਕਰੀਦੀਆਂ ਪਰਮਾਤਮਾ ਅੱਗੇ ਵੀ ਸਾਡੇ ਤੋਂ ਵੀ ਅਸੀਂ ਉਸ ਯੋਗ ਨਹੀਂ ਹਾਂ ਜਿਸ ਕਾਬਿਲ ਆਪ ਜੀ ਨੇ ਸਾਨੂੰ ਸਮਝ ਕੇ ਸਾਨੂੰ ਇਹ ਸੇਵਾ ਸੌਂਪੀ ਆ। ਬਟ ਆਪ ਜੀ ਦੀ ਕਿਰਪਾ ਦੇ ਨਾਲ, ਕਿਉਂਕਿ ਆਪ ਜੀ ਦਾ ਘਰ ਹੈ, ਆਪ ਜੀ ਨੇ ਖੁਦ ਹੀ ਕਰਵਾ ਲੈਣੀ ਹੈ ਜੀ। ਡੈਫੀਨੇਟਲੀ ਇੱਥੇ ਨਾ ਇੱਕ ਇੱਕ ਜਾਣਾ, ਇੱਕ ਇੱਕ ਇਨਸਾਨ, ਇੱਕ ਇੱਕ ਸ਼ਖਸ ਨਾ ਆਪਣੇ ਆਪ ਨੂੰ ਕਹਿੰਦੇ ਖੁਸ਼ਕਿਸਮਤ ਮਹਿਸੂਸ ਕਰਦਾ ਆ, ਐਂਡ ਆਪਣੇ ਕੰਮ ਸਾਰੇ ਆਪ ਕਰਦੇ ਨੇ, ਉਹਨਾਂ ਨੂੰ ਖੁਸ਼ੀ ਹੁੰਦੀ ਆ। ਅੱਛਾ ਮੈਮ, ਇੱਦਾਂ ਹੁੰਦਾ ਨਾ ਜਦੋਂ ਆਪਾਂ ਬਹੁਤ ਚੰਗੇ ਹੁੰਦੇ ਆ, ਓਬਵੀਅਸਲੀ ਸਾਨੂੰ ਪਤਾ ਹੁੰਦਾ ਅਸੀਂ ਸਹੀ ਜਾ ਰਹੇ ਹਾਂ ਜਾਂ ਗਲਤ ਜਾ ਰਹੇ ਹਾਂ। ਵੀ ਆਲ ਨੋ ਕਿ ਪ੍ਰਭ ਆਸਰਾ ਉਹਨਾਂ ਨੂੰ ਕਰ ਦੇ ਰਿਹਾ, ਉਹਨਾਂ ਲੋੜਵੰਦਾਂ ਦੀ ਮਦਦ ਕਰ ਰਿਹਾ ਜਿਨ੍ਹਾਂ ਨੂੰ ਲੋੜ ਆ। ਪਰ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਕਿ ਤੁਹਾਡੇ 'ਚ ਹਮੇਸ਼ਾ ਨੈਗੇਟਿਵਿਟੀ ਭਰਦੇ ਰਹਿੰਦੇ ਨੇ। ਜੇਕਰ ਸਹੀ ਰਾਹ ਜਾ ਰਹੇ ਆ ਤਾਂ ਔਂਕੜਾਂ ਬਹੁਤ ਆਉਂਦੀਆਂ, ਮੁਸ਼ਕਿਲਾਂ ਬਹੁਤ ਆਉਂਦੀਆਂ, ਸੋ ਕਮੈਂਟਸ ਵੀ ਬੜੇ ਆਉਂਦੇ ਹੋਣੇ ਆ। ਸੋ ਉਹਨਾਂ ਚੀਜ਼ਾਂ ਦਾ ਵੀ ਸਾਹਮਣਾ ਕਰਨਾ ਪੈਂਦਾ। ਸੋ ਉਹਨਾਂ ਨੂੰ ਕਿਵੇਂ ਹੈਂਡਲ ਕਰਦੇ ਹੋ? ਇਹ ਤਾਂ ਰੈਗੂਲਰ ਬੇਸਿਸ 'ਤੇ ਆ। ਜੇ ਕਹਿੰਦੇ ਕਿ ਜ਼ਿੰਦਗੀ ਮਤਲਬ ਬਿਲਕੁਲ ਸਿੱਧੀ ਚੱਲੇ ਤਾਂ ਉਹਨੂੰ ਜ਼ਿੰਦਗੀ ਨਹੀਂ ਕਹਿੰਦੇ। ਮਿਲ ਕੇ ਜਿੱਥੇ ਔਕੜਾ ਨਹੀਂ ਹੈ ਉਹ ਜ਼ਿੰਦਗੀ ਹੈ ਹੀ ਨਹੀਂ ਹੈ, ਲਾਈਫ ਹੀ ਨਹੀਂ ਹੈਗੀ, ਹੈ ਨਾ। ਜ਼ਿੰਦਗੀ ਦਾ ਨਾਮ ਹੀ ਥਾਂ ਥਾਂ 'ਤੇ ਔਕੜਾ ਹੈ, ਅਤੇ ਇਹ ਤਾਂ ਰਹਿੰਦੀਆਂ ਹੀ ਹੈ ਕੋਈ ਨਾ ਕੋਈ ਪ੍ਰੋਬਲਮ। ਹੁਣ ਕੋਈ ਕਹਿ ਦਿੰਦਾ ਜੀ ਤੁਸੀਂ ਬੱਚੇ ਵੇਚਦੇ ਹੋ, ਤੁਸੀਂ ਇੱਦਾਂ ਕਰਦੇ ਹੋ, CBI ਛਾਪਾ ਮਾਰਦੀ ਹੈ, ਦੇਖਦੀ ਹੈ, ਨੋਟ ਕਰਦੀ ਹੈ, ਫਿਰ ਕਹਿੰਦੀ ਹੈ ਇਹਨਾਂ ਵਰਗੇ ਤਾਂ ਇਨਸਾਨ ਹੀ ਕੋਈ ਨਹੀਂ ਹੈਗੇ, ਅਤੇ ਕਹਿੰਦੇ ਬਦ ਦਿਮਾਗ ਲੋਕ ਇਹਨਾਂ 'ਤੇ ਤੋਹਮਤਾਂ ਚੱਕਦੇ ਆ। ਫਿਰ ਰੀਸੈਂਟਲੀ ਇੱਕ ਛਾਪਾ ਮਾਰਿਆ ਪੁਲਿਸ ਨੇ, ਐਕਸਾਈਜ਼ ਡਿਪਾਰਟਮੈਂਟ ਨੇ, ਹਾਂਜੀ, ਜਿੱਥੇ 30 ਤੋਂ 35 ਪੁਲਿਸ ਦੇ ਕਾਫੀ ਵੱਡੇ ਪਰਸਨਲ ਪਹੁੰਚੇ ਹੋਏ ਸੀ, ਜਿਨ੍ਹਾਂ ਵਿੱਚੋਂ ਕਈਆਂ ਨੇ ਬਿਨਾਂ ਵਰਦੀ ਤੋਂ ਵੀ ਸੀਗੇ, ਕਾਫੀ ਹਥਿਆਰ ਲੈ ਕੇ, ਸੋਟੇ ਲੈ ਕੇ, ਹੈ ਨਾ। ਅਤੇ ਇੱਕੋ ਦਮ ਆਏ ਸਾਰੇ ਬਾਹਰ
ਤੇ ਡੀਐਸਪੀ ਅੰਦਰ ਆਇਆ, ਕਹਿੰਦਾ ਜੀ ਅਸੀਂ ਇਨਕੁਆਇਰੀ ਕਰਨੀ ਹੈ, ਛਾਪਾ ਮਾਰਨਾ ਹੈ। ਸਰਦਾਰ ਸਾਹਿਬ ਨੇ ਕਿਹਾ ਮੈਂ ਇੱਧਰੋਂ ਵਾਸ਼ਰੂਮ 'ਚੋਂ ਨਿਕਲੀ ਵੀ ਹਾਂਜੀ ਦੱਸੋ ਵੀ ਤੁਸੀਂ ਕੀ ਚਾਹੁੰਦੇ ਹੋ, ਤੁਸੀਂ ਹਾਂਜੀ ਕੌਣ ਹੋ। ਤੇ ਕਹਿੰਦਾ ਮੈਂ ਡੀਐਸਪੀ ਹੈਗਾ ਐਕਸਾਈਜ਼ ਡਿਪਾਰਟਮੈਂਟ ਦਾ, ਤੇ ਅਸੀਂ ਕਹਿੰਦੇ ਵੀ ਕਾਹਦੇ ਵਾਸਤੇ ਛਾਪਾ ਮਾਰਨਾ ਹੈ। ਕਹਿੰਦੇ ਤੁਹਾਡੇ ਕੋਲ ਸ਼ਰਾਬ ਬਹੁਤ ਹੈ। ਅੱਛਾ, ਸ਼ਰਾਬ ਬਹੁਤ ਇੱਥੇ ਤੁਸੀਂ ਇਕੱਠੀ ਕੀਤੀ ਹੋਈ ਆ। ਤੇ ਕਹਿੰਦੇ ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਆਪਣਾ ਦਿਖਾਓ, ਆਈਡੀ ਦਿਖਾਓ ਹਾਂਜੀ, ਵੀ ਤੁਸੀਂ ਕੌਣ ਹੈਗੇ ਆ, ਤੇ ਉਸ ਤੋਂ ਬਾਅਦ ਮੈਨੂੰ ਵਾਰੰਟ ਦਿਖਾਓ, ਹੈ ਨਾ। ਬਟ ਉਹਦੇ ਕੋਲ ਕੁਝ ਨਹੀਂ ਨਿਕਲਿਆ। ਅੱਛਾ, ਆਈਡੀ ਵੀ ਨਹੀਂ? ਨਹੀਂ, ਆਈਡੀ ਵੀ ਨਹੀਂ ਨਿਕਲੀ। ਐਂਡ ਕਹਿੰਦੇ ਸਾਡੇ ਸੀਨੀਅਰ ਨਾਲ ਗੱਲ ਕਰ ਲਓ। ਕਹਿੰਦੇ ਸੀਨੀਅਰ ਤੋਂ ਕਿਸੇ ਨਾਲ ਵੀ ਗੱਲ ਕਰਾ ਦੋਗੇ ਤੁਸੀਂ, ਵੀ ਅਸੀਂ ਨਹੀਂ ਚਾਹੁੰਦੇ ਹੈਗੇ। ਇਨ ਮੀਨ ਟਾਈਮ ਕਹਿੰਦੇ ਤੁਸੀਂ ਬਾਹਰ ਫੋਰਸ ਦੇਖੋ ਕਿੰਨੀ ਹੈਗੀ ਆ। ਕਹਿੰਦੇ ਫੋਰਸ ਦੀ ਕੋਈ ਗੱਲ ਹੀ ਨਹੀਂ, ਆ ਗਈ ਹੈ ਤਾਂ ਕੋਈ ਨਹੀਂ, ਉਹ ਵੀ ਸੰਭਾਲੀ ਜਾਏਗੀ, ਬਟ ਤੁਸੀਂ ਕੁਛ ਤਾਂ ਸ਼ੋ ਕਰੋ। ਚਲੋ ਨਹੀਂ ਦਿਖਾ ਸਕੇ। ਇਨ ਮੀਨ ਟਾਈਮ ਕਹਿੰਦੇ ਅਸੀਂ ਛਾਪਾ ਮਾਰਨਾ ਹੈ। ਕਹਿੰਦੇ ਕੋਈ ਗੱਲ ਨਹੀਂ, ਬਟ ਸਾਡੀ ਸ਼ਰਤ ਹੈ ਕਿ ਸਾਡੇ ਬੰਦੇ ਤੁਹਾਡੇ ਨਾਲ ਜਾਣਗੇ, ਓਨਲੀ ਦੈਨ ਯੂ ਕੈਨ, ਹੈ ਨਾ। ਉਸ ਤੋਂ ਮਤਲਬ ਬਿਨਾਂ ਨਹੀਂ ਤੁਸੀਂ ਛਾਪਾ ਮਾਰ ਸਕਦੇ, ਕਿ ਤੁਸੀਂ ਕੁਛ ਆਪ ਰੱਖ ਦਿਓ ਤੇ ਕੱਲ ਨੂੰ ਬਲੇਮ ਕਰੋ ਸਾਡੇ ਤੇ, ਹੈ ਨਾ। ਤੇ ਐਂਡ ਚਲੋ ਪਹਿਲਾਂ ਹਿਚਕਿਚਾਇਆ, ਫਿਰ ਮੰਨ ਗਿਆ। ਤੇ ਬਾਹਰ ਲੈ ਕੇ ਗਏ, ਮੇਰੇ ਨਾਲ ਗੱਲਬਾਤ ਕੀਤੀ। ਸਰਦਾਰ ਸਾਹਿਬ ਕਹਿੰਦੇ ਵੀ ਇਹ ਕਹਿੰਦੇ ਫੀਮੇਲ ਡਿਪਾਰਟਮੈਂਟ 'ਚ ਵੀ ਜਾਣਾ। ਚਲੋ ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਸਰਦਾਰ ਸਾਹਿਬ ਵੀ ਨਾਲ ਹੀ ਸੀਗੇ, ਵੀ ਤੁਹਾਡਾ ਫੀਮੇਲ ਸਟਾਫ ਕਿੱਥੇ ਆ। ਵੀ ਬਿਨਾਂ ਫੀਮੇਲ ਸਟਾਫ ਤੁਸੀਂ ਅੰਦਰ ਐਂਟਰ ਨਹੀਂ ਕਰ ਸਕਦੇ, ਸਾਡਾ ਫੀਮੇਲ ਸੈਕਸ਼ਨ ਹੈਗਾ। ਇੱਥੇ ਲੇਡੀਜ਼ ਜਿਹੜੀਆਂ ਮੈਂਟਲੀ ਸਟੇਬਲ ਨਹੀਂ ਹੈਗੀਆਂ, ਕਈ ਵਾਰੀ ਕੱਪੜੇ ਖੋਲ੍ਹ ਦਿੰਦੀਆਂ, ਉਹਨਾਂ ਨੂੰ ਖੁਦ ਦਾ ਪਤਾ ਨਹੀਂ ਹੈਗਾ। ਐਵੇਂ ਤੁਹਾਨੂੰ ਮੈਂ ਇੰਨੇ ਸਾਰੇ ਤੁਸੀਂ ਮੇਲ ਹੈਗੇ ਆ, ਮੈਂ ਅੰਦਰ ਕਿੱਦਾਂ ਲਿਜਾ ਸਕਦੀ ਹਾਂ। ਐਂਡ ਦੈਨ ਉਹਨਾਂ ਨੂੰ ਫੀਲ ਹੋਇਆ। ਫਿਰ ਅਸੀਂ ਐਕਟ ਦੇ ਅਨੁਸਾਰ ਉਹਨਾਂ ਦੇ ਨਾਲ ਗੱਲ ਕੀਤੀ ਵੀ ਕਿਹੜੇ ਐਕਟ ਦੇ ਆਧਾਰ 'ਤੇ ਤੁਸੀਂ ਇੱਦਾਂ ਕਰ ਰਹੇ ਹੋ, ਹੈ ਨਾ। ਤੇ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ। ਫਿਰ ਉਹਨਾਂ ਨੇ ਗਏ ਤਾਂ ਸਹੀ ਮੇਰੇ ਨਾਲ ਅੰਦਰ, ਬਟ ਫਿਰ ਹਿਚਕਚਾਉਣ ਵੀ ਲੱਗੇ ਕਿ ਨਹੀਂ ਅਸੀਂ ਫੀਮੇਲ ਸੈਕਸ਼ਨ 'ਚ ਇੱਦਾਂ ਨਹੀਂ ਜਾ ਸਕਦੇ, ਬਿਕੋਜ਼ ਉਹ ਦੇ ਵਿਲ ਬੀ ਕਲਪ੍ਰਿਟ, ਹੈ ਨਾ। ਤੇ ਬਾਅਦ ਵਿੱਚ ਫਿਰ ਕਹਿੰਦੇ ਜੀ ਅਸੀਂ ਫੀਮੇਲ ਸੈਕਸ਼ਨ 'ਚ ਨਹੀਂ ਜਾਣਾ, ਸਾਨੂੰ ਹੋਰ ਉੱਪਰ ਥੱਲੇ ਸਾਨੂੰ ਕਰਵਾ ਦਿਓ। ਮੈਂ ਕਿਹਾ ਟੋਟਲੀ A to Z ਫੀਮੇਲ ਸੈਕਸ਼ਨ ਹੈ। 200 ਤੋਂ ਉੱਪਰ ਲੇਡੀਜ਼ ਮੈਂਟਲੀ ਅਨਸਟੇਬਲ ਇੱਥੇ ਰਹਿੰਦੀਆਂ ਹੈਗੀਆਂ, ਤੇ ਜਿਹੜਾ ਜਿੱਧਰ ਵੀ ਮੈਂ ਜਾਵਾਂਗੀ ਉਹ ਸਾਰਾ ਫੀਮੇਲ ਸੈਕਸ਼ਨ ਹੀ ਹੋਏਗਾ। ਤੇ ਮੈਂ ਤੁਹਾਨੂੰ ਚਾਹੁੰਦੀ ਸੀ ਕਿ ਤੁਸੀਂ ਆਪਣੇ ਸਟਾਫ ਤੋਂ ਬਿਨਾਂ ਨਾ ਐਂਟਰ ਕਰੋ। ਤੇ ਉਹਨਾਂ ਨੇ ਫਿਰ ਚਲੋ ਗੱਲ ਮੰਨੀ, ਲੇਕਿਨ ਇਨ ਮੀਨ ਟਾਈਮ ਪਤਾ ਨਹੀਂ ਕੀ ਉਹਨਾਂ ਦੀਆਂ ਫੋਨਾਂ 'ਤੇ ਗੱਲਾਂ ਹੋਈਆਂ, ਤੇ 10 ਮਿੰਟ ਦੇ ਵਿੱਚ ਸਾਰੇ ਹੀ ਫੁਰ ਹੋ ਗਏ। ਅੱਛਾ। ਬਾਅਦ ਵਿੱਚ ਜਦੋਂ ਉਹਨਾਂ ਦੇ ਸੀਨੀਅਰਸ ਦੇ ਨਾਲ ਗੱਲਬਾਤ ਕੀਤੀ ਤਾਂ ਕਹਿੰਦੇ ਨਹੀਂ ਜੀ ਉਹ ਭੁਲੇਖਾ ਲੱਗ ਗਿਆ, ਉਹ ਕਿਸੇ ਹੋਰ NGO 'ਚ ਜਾਣਾ ਸੀ, ਉਹ ਤੁਹਾਡੇ ਇੱਥੇ ਪਹੁੰਚ ਗਏ। ਕਈ ਵਾਰੀ ਫੀਲ ਹੁੰਦਾ, ਕੋਈ ਕਹਿੰਦਾ ਕਿ ਨਹੀਂ ਜੀ ਇਹਨਾਂ ਨੇ ਦਬਕਾ ਕੇ ਤੁਹਾਡੇ ਤੋਂ ਪੈਸੇ ਲੈਣ ਦੇ ਹੜਪਣ ਦੇ ਮਕਸਦ ਦੇ ਨਾਲ ਕੀਤਾ। ਹੁਣ ਇਹ ਰੱਬ ਜਾਣਦਾ। ਮਤਲਬ ਇਸ ਤਰ੍ਹਾਂ ਦੀਆਂ ਬਹੁਤ ਵਿਚਕਾਨੀਆਂ ਜਿਹੀਆਂ ਹਰਕਤਾਂ ਹੁੰਦੀਆਂ ਰਹਿੰਦੀਆਂ, ਚਾਹੇ ਉਹ ਤੁਸੀਂ ਸਰਕਾਰੀ ਲੈਵਲ 'ਤੇ ਕਹਿ ਲਓ, ਗੈਰ ਸਰਕਾਰੀ ਲੈਵਲ 'ਤੇ ਕਹਿ ਲਓ। ਕੱਲ੍ਹ ਰਾਤ ਦੀ ਘਟਨਾ ਹੈਗੀ ਆ, 1:30 ਵਜੇ ਵੀ ਬੰਦੇ ਇਨੋਵਾ ਗੱਡੀ ਦੇ ਵਿੱਚ ਕੁਛ ਹਥਿਆਰ ਲੈ ਕੇ ਬਾਹਰ ਗੇਟ ਦੇ ਆਸ-ਪਾਸ ਘੁੰਮਦੇ ਨਜ਼ਰ ਆਏ। ਫਿਰ ਇੱਕ ਬੰਦੇ ਨੇ ਜਾ ਕੇ, ਸਾਡੇ ਕੋਲ ਫੁਟੇਜ ਵੀ ਪਈ ਹੈ, ਇੱਕ ਬੰਦੇ ਨੇ ਜਾ ਕੇ ਬਾਹਰ ਵਾਲੇ ਕੈਮਰਿਆਂ ਨੂੰ ਡੰਡੇ ਦੇ ਨਾਲ ਅਸਮਾਨ ਵੱਲ ਚੱਕ ਦਿੱਤਾ। ਅੱਛਾ। ਫਿਰ ਉਸ ਤੋਂ ਬਾਅਦ ਦੁਬਾਰਾ, ਤੇ ਇਨੋਵਾ ਗੱਡੀ ਜਿਹੜੀ ਚੱਕੀ ਹੋਈ ਸੀ ਬਿਨਾਂ ਨੰਬਰ ਦੇ ਸੀ। ਓਕੇ। ਮਤਲਬ ਇੱਦਾਂ ਦੀਆਂ ਛੋਟੀਆਂ ਹਰਕਤਾਂ ਡੇਲੀ ਕੁਛ ਨਾ ਕੁਛ ਚੱਲਦਾ। ਇਹ ਰੱਖਣ ਵਾਲਾ ਵੀ ਪਰਮਾਤਮਾ ਹੈ, ਤੇ ਇਹਨਾਂ ਚੀਜ਼ਾਂ ਤੋਂ ਡਰ ਕੇ ਨਹੀਂ ਚੱਲਦੇ, ਕਿਉਂਕਿ ਅਸੀਂ ਇਹੀ ਕਹਿੰਦੇ ਹਾਂ, ਅਸੀਂ ਹਿਊਮੈਨਿਟੀ ਨੂੰ ਬੇਸ ਬਣਾ ਕੇ, ਆਧਾਰ ਬਣਾ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰਮਾਤਮਾ ਦੀ ਕਿਰਪਾ ਦੇ ਨਾਲ। ਤੇ ਸਾਨੂੰ ਜੇ ਕੱਲ੍ਹ ਨੂੰ ਉਹ ਜੇਲ੍ਹ 'ਚ ਵੀ ਬੰਦ ਕਰ ਦੇਣਗੇ, ਅਸੀਂ ਉੱਥੇ ਵੀ ਇਹੀ ਗੱਲ ਕਵਾਂਗੇ ਕਿ ਅਸੀਂ ਇਨਸਾਨੀਅਤ ਨੂੰ ਜ਼ਿੰਦਾ ਰੱਖਣ ਦੀ ਗੱਲ ਕਰਦੇ ਹਾਂ। ਅਸੀਂ ਇਨਸਾਨੀਅਤ ਨੂੰ ਜ਼ਿੰਦਾ ਰੱਖਦੇ ਹਾਂ, ਨਾ ਕਿ ਅਸੀਂ ਕਾਨੂੰਨ ਨੂੰ ਉੱਪਰ। ਪਹਿਲਾਂ ਸਾਡੇ ਲਈ ਇਨਸਾਨੀਅਤ, ਕਾਨੂੰਨ ਬਾਅਦ ਵਿੱਚ। ਜੀ ਮੈਨੂੰ ਲੱਗਦਾ ਕਿ ਇਨਸਾਨਾਂ ਨੂੰ ਇਨਸਾਨ ਦੀ ਮਦਦ ਕਰਨੀ ਚਾਹੀਦੀ ਆ। ਤੁਸੀਂ ਇੰਨਾ ਚੰਗਾ ਕੰਮ ਕਰ ਰਹੇ ਹੋ, ਇੱਥੇ ਉਹ ਲੋਕ ਆ ਰਹੇ ਨੇ ਜਿਨ੍ਹਾਂ ਨੂੰ ਲੋੜ ਆ, ਪਰ ਕੁਝ ਲੋਕਾਂ ਤੋਂ ਸ਼ਾਇਦ ਕਿਸੇ ਦਾ ਚੰਗਾ ਹੁੰਦਾ ਦੇਖਿਆ ਹੀ ਨਹੀਂ ਜਾਂਦਾ, ਜੋ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ।
ਬਿਲਕੁਲ ਜੀ, ਕਈ ਹੁੰਦੇ ਆ ਜਿੱਦਾਂ ਦੇ ਸੰਸਕਾਰ ਉਦਾਂ ਦੀਆਂ ਉਹਨਾਂ ਨੇ ਆਪਣੀਆਂ ਕਰਤੂਤਾਂ ਦਿਖਾਣੀਆਂ ਹੈ ਨਾ। ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੀ ਸੰਵਿਧਾਨ ਦੀ ਪਾਲਣਾ ਕੀਤੀ ਜਾਏ, ਸਤਿਕਾਰ ਕਰਦੇ ਆ, ਬਟ ਫਿਰ ਵੀ ਇਨਸਾਨੀਅਤ ਤੋਂ ਉੱਤੇ ਰੱਖ ਕੇ ਹੀ ਅਸੀਂ ਹਮੇਸ਼ਾ ਚਾਹੁੰਦੇ ਆ ਕਿ ਸੰਵਿਧਾਨ ਦੇ ਸਤਿਕਾਰ ਦੇ ਨਾਲ ਨਾਲ ਇਨਸਾਨੀਅਤ ਨੂੰ ਅੱਗੇ ਰੱਖਿਆ ਜੀ। ਜਾਏ। ਸੋ ਮੇਨ ਗੇਟ ਤੇ ਪ੍ਰੋਪਰ ਤੁਸੀਂ ਸਿਕਿਉਰਿਟੀ ਜਿਹੜੀ ਰੱਖੀ ਹੋਈ ਹੈ ਮੈਮ, ਕੈਮਰੇ ਤਾਂ ਤੁਸੀਂ ਕਿਹਾ ਲਗਾਇਆ, ਬਟ ਫਿਰ ਵੀ ਉਹਨਾਂ ਨੇ ਟਰਾਈ ਕੀਤਾ ਕਿ ਡੰਡੇ ਦੇ ਨਾਲ ਉਹਦਾ ਜਿਹੜਾ ਮੂੰਹ ਉੱਪਰ ਨੂੰ ਕਰ ਦਿੱਤਾ ਜਾਏ। ਕਿਉਂਕਿ ਸਿਕਿਉਰਿਟੀ ਗਾਰਡ ਸੀ ਉੱਥੇ, ਮਿਰਰ ਵੀ ਲਗਾਇਆ ਤਾਂ ਕਿ ਉਹਨੂੰ ਬੈਕ ਵਿਊ ਸਾਰਾ ਦਿਖੇ, ਤੇ ਉਸਨੇ ਦੇਖਿਆ ਕਿ ਵੀ ਬੈਕ ਵਿਊ ਤੇ ਦੇਖ ਰਿਹਾ ਸੀਗਾ ਕਿ ਉਹਨੇ ਉੱਪਰ ਕੀਤਾ। ਫਿਰ ਗੋਲਕ ਤੋੜਨ ਦੀ ਵੀ ਕੋਸ਼ਿਸ਼ ਕੀਤੀ, ਕੁਝ ਹਥਿਆਰ ਵੀ ਸੀਗੇ ਥੈਲੇ ਵਿੱਚ। ਜਦੋਂ ਉਹਨਾਂ ਨੇ ਰੌਲਾ ਪਾਇਆ, ਪਿੱਛੋਂ ਵੀ ਸਿਕਿਉਰਿਟੀ ਗਾਰਡ ਆ ਗਿਆ, 2 ਜਾਣਿਆਂ ਨੇ ਰੌਲਾ ਪਾਇਆ, ਫਿਰ ਉਹ ਦੌੜ ਗਏ। ਮਤਲਬ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿ ਤੁਸੀਂ 100 ਨੰਬਰ ਤੇ ਕਾਲ ਕਰਨਾ ਸੀ, ਮੈਨੂੰ ਕਾਲ ਕਰਨਾ ਸੀ। ਉਹ ਕਹਿੰਦੇ ਮੈਮ ਅਸੀਂ ਆਪੇ ਹੈਂਡਲ ਕਰ ਲਿਆ, ਮੈਮ ਨੂੰ ਡਿਸਟਰਬ ਕਿਉਂ ਕਰਨਾ, ਸਾਰਾ ਦਿਨ ਥੱਕ ਜਾਂਦੇ ਆ। ਡੈਫੀਨੇਟਲੀ ਜੀ। ਮਨ ਕੀ 2 ਕਮਰਿਆਂ ਤੋਂ ਤੁਸੀਂ ਕਿਹਾ ਸ਼ੁਰੂ ਕੀਤਾ, ਅੱਜ ਪ੍ਰਭ ਆਸਰਾ ਉਹ ਆਸਰਾ ਬਣ ਗਿਆ ਹੈ ਜਿਹੜਾ ਕਿ ਸਭ ਦੀ ਬਹੁਤ ਹੈਲਪ ਕਰਦਾ ਹੈ। ਮੈਮ ਦੇ ਨਾਲ ਗੱਲਾਂ ਬਾਤਾਂ ਹੋਰ ਕਰਨੀਆਂ, ਸੰਸਥਾ ਦੇ ਬਾਰੇ ਗੱਲਾਂ ਕਰ ਲਈਆਂ, ਬਟ ਮੈਮ ਦੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਹਜੇ ਬਾਕੀ ਆ। ਕਿਤੇ ਨਾ ਜਾਓ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਇੱਕ ਵਾਰ ਫਿਰ ਸਾਡੇ ਪਿਆਰੇ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ। ਉਮੀਦ ਕਰਦੀ ਠੀਕ ਠਾਕ ਹੋ ਤੇ ਗੱਲਾਂ ਬਾਤਾਂ ਵੀ ਤੁਹਾਨੂੰ ਚੰਗੀਆਂ ਲੱਗਦੀਆਂ ਪਈਆਂ, ਕਿਉਂਕਿ ਜਦੋਂ ਕਹਿੰਦੇ ਨੇ ਕਿ ਚੰਗੀਆਂ ਗੱਲਾਂ ਹੁੰਦੀਆਂ, ਹੈਲਦੀ ਟਾਕ ਹੁੰਦੀ ਆ ਤਾਂ ਚੰਗੀ ਲੱਗਦੀ ਆ। ਸੋ ਮੈਮ ਸਾਡੇ ਨਾਲ ਨਹੀਂ, ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ। ਮੈਮ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਜੀ। ਸੰਸਥਾ ਬਾਰੇ ਆਪਾਂ ਗੱਲਾਂ ਕਰ ਲਈਆਂ, ਹੋਰ ਵੀ ਹਜੇ ਗੱਲਾਂ ਬਹੁਤ ਬਾਕੀ ਆ, ਪਰ ਮੈਂ ਕੁਝ ਗੱਲਾਂ ਤੁਹਾਡੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਜਾਣਨਾ ਚਾਹੁੰਦੀ ਹਾਂ। ਸਰ ਹੁਣਾਂ ਨਾਲ ਸ਼ਮਸ਼ੇਰ ਸਰ ਹੁਣਾਂ ਨਾਲ ਵਿਆਹ ਤੋਂ ਬਾਅਦ ਤੁਸੀਂ ਆਈ ਥਿੰਕ 9 ਸਾਲ ਬਾਅਦ, ਜਿਵੇਂ ਤੁਸੀਂ ਦੱਸਿਆ, ਇਹ ਸੰਸਥਾ ਸ਼ੁਰੂ ਕੀਤੀ, ਪਰ ਦਿਲ ਦੇ ਵਿੱਚ ਇੱਕ ਹੋੜ ਲੱਗੀ ਹੁੰਦੀ ਹੈ ਕਿ ਮੈਂ ਲੋਕਾਂ ਦੀ ਸੇਵਾ ਕਰਨੀ ਆ, ਬਚਾਉਣਾ ਆ, ਪਿਆਰ ਕਰਨਾ। ਸੋ ਇਹ ਪਹਿਲਾਂ ਹੀ ਸੀਗਾ ਜਾਂ ਬਾਅਦ ਵੀ ਹੌਲੀ ਹੌਲੀ ਵੱਧਦਾ ਗਿਆ? ਅਸਲ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਬਚਪਨ ਤੋਂ ਹੀ ਨਾ ਮਦਰ ਫਾਦਰ ਦਾ ਕਾਫੀ ਵੱਡਾ ਇੱਕ ਕੰਟਰੀਬਿਊਸ਼ਨ ਰਿਹਾ ਕਿ ਸਾਨੂੰ ਸਟੈਪ ਬਾਏ ਸਟੈਪ ਇਸ ਲੈਵਲ 'ਤੇ ਲੈ ਕੇ ਆਉਣ ਲਈ, ਸੇਵਾ ਲਈ ਪ੍ਰੇਰਨ ਲਈ। ਤੇ ਪਹਿਲਾਂ ਤਕਰੀਬਨ 5th ਕਲਾਸ 'ਚ ਹੀ ਉਹਨਾਂ ਨੇ ਅੰਮ੍ਰਿਤਪਾਨ ਕਰਵਾਇਆ ਜੀ, ਤੇ ਉਸ ਤੋਂ ਬਾਅਦ ਗੁਰਬਾਣੀ ਦੇ ਨਾਲ ਜੋੜਿਆ। ਗੁਰਬਾਣੀ ਦੇ ਨਾਲ ਹੀ ਸਾਨੂੰ ਸਾਖੀਆਂ ਵੀ ਸੁਣਾਉਣੀਆਂ, ਗੁਰੂ ਸਾਹਿਬਾਨਾਂ ਦੇ ਜੀਵਨੀਆਂ ਤੋਂ ਸਾਨੂੰ ਮੋਟੀਵੇਟ ਕਰਨਾ, ਤੇ ਨਾਲ ਹੀ ਫਿਰ ਸਾਨੂੰ ਉਹਨਾਂ ਨੇ ਕੀਰਤਨ ਸਿਖਾਇਆ, ਬ੍ਰਦਰ ਨੂੰ ਤਬਲਾ ਸਿਖਾਇਆ। ਅਸੀਂ 2 ਭੈਣਾਂ ਸੀਗੀਆਂ, ਬ੍ਰਦਰ ਸੀਗਾ, ਤੇ ਸਾਨੂੰ ਫਿਰ ਨਿਸ਼ਕਾਮ ਸੇਵਾ ਕਰਨ ਲਈ ਪ੍ਰੇਰਿਆ ਵੀ ਗੁਰਬਾਣੀ ਕਦੇ ਵੇਚੀ ਨਹੀਂ ਜਾਂਦੀ, ਗੁਰਬਾਣੀ ਨੂੰ ਪ੍ਰਚਾਰਿਆ ਜਾਂਦਾ ਹੈ ਤਾਂ ਕਿ ਵੱਧ ਤੋਂ ਵੱਧ ਲੋਕੀ ਉਸ ਤੋਂ ਕੁਝ ਸਿੱਖਿਆ ਲੈ ਸਕਣ, ਮੋਟੀਵੇਟ ਹੋ ਸਕਣ, ਕਿਉਂਕਿ ਗੁਰਬਾਣੀ ਤੁਹਾਨੂੰ ਜੀਵਨ ਜਾਚ ਸਿਖਾਉਂਦੀ ਹੈ। ਤੇ ਉਹਦੇ ਵਾਸਤੇ ਕੋਸ਼ਿਸ਼ ਕਰਦੇ ਰਹੇ ਉਹਨਾਂ ਨੇ, ਨਿਸ਼ਕਾਮ ਸੇਵਾ ਕਰਨੀ ਪੇਰੈਂਟਸ ਨੇ, ਤੇ ਸਾਨੂੰ ਫਿਰ ਕੀਰਤਨ ਲਈ ਪ੍ਰੇਰਨਾ। ਤੇ ਨਾਲ ਇਹ ਵੀ ਕਹਿਣਾ ਵੀ ਜੇ ਕਿਸੇ ਨੇ ਤੁਹਾਡੇ ਮਤਲਬ ਉਹਦੇ 'ਤੇ ਪੈਸੇ ਰੱਖ ਵੀ ਦਿੱਤੇ, ਅੱਬਲ ਤਾਂ ਅਨਾਊਂਸਮੈਂਟ ਕੀਤੀ ਜਾਂਦੀ ਸੀ ਕਿ ਵੀ ਨਹੀਂ ਇਹ ਨਿਸ਼ਕਾਮ ਸੇਵਾ ਹੈਗੀ ਆ, ਜੇ ਰੱਖਦੇ ਵੀ ਹੈਗੇ ਆ ਉਹ ਪੈਸਾ ਸਿਰਫ ਗੁਰੂ ਸਾਹਿਬਾਨ ਦਾ ਹੈ, ਗੁਰੂ ਸਾਹਿਬ ਦੀ ਗੋਲਕ ਦਾ ਹੈ, ਕਿਉਂਕਿ ਗੁਰੂ ਸਾਹਿਬ ਦੀ ਗੋਲਕ ਹੈ ਜਿਹੜੀ, ਉਹ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ, ਤੇ ਇਹ ਸਾਰਾ ਪੈਸਾ ਉੱਥੇ ਜਾਏਗਾ, ਹੈ ਨਾ, ਤੇ ਗਰੀਬਾਂ ਦੀ ਮੂੰਹ 'ਚ ਜਾਏਗਾ। ਤੇ ਸਾਨੂੰ ਇਹੀ ਪ੍ਰੇਰਿਆ ਜਾਂਦਾ ਸੀਗਾ, ਤੇ ਮਤਲਬ ਸਾਨੂੰ ਇੰਨਾ ਸਟਰੋਂਗ ਕੀਤਾ ਕਿ ਸਾਨੂੰ ਜਦੋਂ ਅਸੀਂ ਸਕੂਲ 'ਚ ਵੀ ਜਾਣਾ, ਕ੍ਰਿਸਚਨ ਸਕੂਲ 'ਚ ਪੜ੍ਹੇ ਹੋਣ ਕਰਕੇ ਉੱਥੇ ਜੀਸਸ ਦੀਆਂ ਕਹਾਣੀਆਂ ਸੁਣਾਉਣੀਆਂ, ਸਾਨੂੰ ਉੱਥੋਂ ਅਸੀਂ ਬਹੁਤ ਕੁਝ ਰਿਲੇਟ ਕਰਕੇ ਸਿੱਖਣਾ, ਤੇ ਸਾਨੂੰ ਬੜਾ ਮਤਲਬ ਸੇਵਾ ਵਿੱਚ ਮਤਲਬ ਪਿਆਰ ਆਉਣ ਲੱਗਿਆ, ਹੈ ਨਾ। ਪਹਿਲਾਂ ਸਾਨੂੰ ਜਦੋਂ ਸਾਨੂੰ ਇਸ ਦੀ ਸਮਝ ਨਹੀਂ ਸੀ, ਅਸੀਂ ਕਈ ਵਾਰੀ ਲੜਾਈ ਵੀ ਕਰਨੀ ਮੰਮੀ ਪਾਪਾ ਨਾਲ ਕਿ ਅਸੀਂ ਟੀਵੀ ਦੇਖਣਾ ਅੱਜ, ਮਤਲਬ ਸੀਰੀਅਲ ਆਣੇ ਹੈਗੇ ਆ ਅੱਜ, ਮਤਲਬ ਪਿਕਚਰ ਬੱਚਿਆਂ ਨੂੰ। ਹਾਂਜੀ, ਉਹਨਾਂ ਨੇ ਕਹਿਣਾ ਨਹੀਂ ਬੇਟਾ ਆਪਾਂ ਨੇ ਪਹਿਲਾਂ ਸੇਵਾ ਲਈ ਜਾਣਾ ਹੈਗਾ, ਤੇ ਫਿਰ ਆਪਾਂ ਦੇਖਾਂਗੇ, ਕੋਈ ਗੱਲ ਨਹੀਂ। ਤੇ ਹੌਲੀ ਹੌਲੀ ਉਹ ਇੰਟਰਸਟ ਸਾਰੇ ਖਤਮ ਹੋ ਗਏ, ਮਤਲਬ ਸੇਵਾ ਵੱਲ ਜ਼ਿਆਦਾ ਇੰਟਰਸਟ ਹੋਣਾ। ਅਸੀਂ ਕਈ ਵਾਰੀ ਮਤਲਬ ਸਾਈਕਲ ਲੈ ਕੇ ਵੀ ਜਾਣਾ ਕਿਤੇ ਨਾ ਕਿਤੇ, ਹੈ ਨਾ, ਮਦਰ ਫਾਦਰ ਦੇ ਨਾਲ ਜੇ ਨਹੀਂ ਗਏ ਤਾਂ ਸਾਨੂੰ ਉਹਨਾਂ ਨੇ ਦੱਸ ਕੇ ਚਲੇ ਜਾਣਾ ਵੀ ਚਲੋ ਕੱਲ੍ਹ ਨੂੰ ਸਕੂਲ ਵੀ ਜਾਣਾ, ਤੁਸੀਂ ਵੀ ਇੰਨਾ ਜਲਦੀ ਉੱਠੋਗੇ, ਤੁਸੀਂ ਇੰਨੇ ਵਜੇ ਉੱਠਣਾ ਤੇ ਆ ਜਾਣਾ। ਅਸੀਂ, ਮੈਂ ਤੇ ਮੇਰੇ ਬ੍ਰਦਰ ਨੇ ਕਈ ਵਾਰੀ ਅਸੀਂ ਰਸਤੇ 'ਚ ਨਿਤਨੇਮ ਕਰਨਾ, ਸਾਨੂੰ ਮਦਰ ਫਾਦਰ ਨੇ ਸਿਖਾਉਣਾ ਵੀ ਜਦੋਂ ਤੱਕ ਆਪਾਂ ਨੇ ਪਾਠ ਕਰਨਾ ਹੈ, ਪਾਠ ਕਰਨ ਤੋਂ ਬਾਅਦ ਹੀ ਅਸੀਂ ਮੂੰਹ ਸੁੱਚਾ ਕਰਨਾ। ਚਾਹ ਦੁੱਧ ਪੀਂਦੇ ਸੀਗੇ, ਉਹ ਉਸ ਤੋਂ ਬਾਅਦ ਹੀ ਪੀਣਾ, ਉਸ ਤੋਂ ਪਹਿਲਾਂ ਨਹੀਂ। ਤੇ ਰਸਤੇ 'ਚ ਅਸੀਂ ਨਿਤਨੇਮ ਕਰਦਿਆਂ ਨੇ ਜਾਣਾ, ਸਾਨੂੰ ਮਤਲਬ ਇੰਨਾ ਕੁ ਪਰਪੱਕ ਕਰ ਦਿੱਤਾ ਸੀਗਾ। ਫਿਰ ਹੌਲੀ ਹੌਲੀ ਜਦੋਂ ਮੈਰਿਜ ਹੋਈ, ਮੈਰਿਜ ਵੀ 20 ਇਅਰਸ ਦੀ ਏਜ 'ਚ ਹੀ ਕਰ ਦਿੱਤੀ,
ਤੇ ਪੇਰੈਂਟਸ ਨੂੰ ਪਾਪਾ ਨੇ ਜਦੋਂ ਮੇਰੇ ਹਸਬੈਂਡ ਨੂੰ ਦੇਖਣ ਵਾਸਤੇ ਆਏ ਤੇ ਕਹਿੰਦੇ ਵੀ ਮੈਨੂੰ ਪਾਠ ਸੁਣਾਓ। ਅੱਛਾ। ਪਾਪਾ ਮੇਰੇ ਹਸਬੈਂਡ ਨੂੰ ਕਹਿੰਦੇ ਪਾਠ ਸੁਣਾਓ, ਤੁਸੀਂ ਨਿਤਨੇਮੀ ਹੋ, ਨਿਤਨੇਮ ਕਰਦੇ ਹੋ, ਗੁਰਬਾਣੀ ਨਾਲ ਜੁੜੇ ਹੋ, ਅੰਮ੍ਰਿਤਪਾਨ ਕੀਤਾ ਹੋਇਆ ਹੈ? ਕਹਿੰਦੇ ਹਾਂਜੀ ਕੀਤਾ ਹੋਇਆ। ਫਿਰ ਇਹਨਾਂ ਨੇ ਬਾਣੀ ਪੜ੍ਹ ਕੇ ਸੁਣਾਈ। ਪਾਪਾ ਨੂੰ ਬੜਾ ਚੰਗਾ ਲੱਗਿਆ। ਤੇ ਮੇਰੇ ਚਾਚੀ ਜੀ ਇੱਕ ਵਾਰੀ ਪਾਪਾ ਨੂੰ ਕਹਿੰਦੇ ਤੁਸੀਂ ਕੀ ਦੇਖਿਆ? ਘਰ ਤਾਂ ਦੇਖਿਆ ਨਹੀਂ ਚੰਗੀ ਤਰ੍ਹਾਂ, ਤੁਸੀਂ ਕੀ ਦੇਖਿਆ? ਪਾਪਾ ਕਹਿੰਦੇ ਮੈਂ ਮੁੰਡਾ ਦੇਖਿਆ। ਹਾਂ। ਮੈਂ ਘਰ ਨਾਲ ਮੈਂ ਆਪਣੀ ਕੁੜੀ ਨਹੀਂ ਸੀ ਵਿਆਹਣੀ, ਮੈਂ ਮੁੰਡਾ ਦੇਖਿਆ। ਜਦ ਕਿ ਘਰ ਇਹਨਾਂ ਦਾ ਕਾਫੀ ਜ਼ਮੀਨ ਜਾਇਦਾਦ ਸੀਗੀ, ਅੱਛੀ ਸੀ, ਤੇ ਟਰਾਂਸਪੋਰਟ ਦਾ ਕੰਮ ਸੀਗਾ। ਤੇ ਮੇਰੀ ਚਾਚੀ ਜੀ ਫੀਲ ਕਰ ਰਹੇ ਸੀ ਮੇਰੀਆਂ ਕੁੜੀਆਂ ਬਹੁਤ ਵੈਲ ਐਜੂਕੇਟਿਡ ਹੈਗੀਆਂ ਤੇ ਇਹ ਤਾਂ ਬਹੁਤ ਵੱਡੇ ਘਰ 'ਚ ਜਾਣੀਆਂ ਚਾਹੀਦੀਆਂ ਹੈਗੀਆਂ। ਤੇ ਪਾਪਾ ਕਹਿੰਦੇ ਨਹੀਂ, ਮੈਂ ਮੁੰਡਾ ਦੇਖਿਆ, ਮੈਨੂੰ ਮੁੰਡਾ ਪਰਫੈਕਟ ਲੱਗਦਾ, ਮੇਰੀ ਕੁੜੀ ਵਾਸਤੇ ਹੀਰਾ ਹੈਗਾ, ਤੇ ਮੈਂ ਤਾਂ ਮੁੰਡੇ ਨਾਲ ਹੀ ਵਿਆਹਣਾ ਹੈ। ਤੇ ਸੋ ਅੱਗੇ ਵਾਕਿਆ ਹੀ ਜਦੋਂ ਮਤਲਬ ਅਸੀਂ ਮਿਲੇ ਤਾਂ ਮਤਲਬ ਉਹ ਲੱਗਦਾ ਸੀਗਾ ਕਿ ਉਹ ਹੀਰਾ ਹੀ ਹੈ। ਤੇ ਮਤਲਬ ਪਰਮਾਤਮਾ ਨੇ ਹੀਰਾ ਝੋਲੀ 'ਚ ਪਾਇਆ। ਅਰਦਾਸ ਕੀਤੀ ਸੀ ਇੱਕ ਵਾਰੀ ਕਿ ਵੀ ਨਾ ਵਾਹਿਗੁਰੂ ਬਹੁਤ ਸੋਹਣਾ ਦਈ, ਨਾ ਹੀ ਬਹੁਤ ਮਾੜਾ ਦਈ, ਨਾ ਹੀ ਬਹੁਤ ਅਮੀਰ ਦਈ, ਨਾ ਹੀ ਬਹੁਤ ਗਰੀਬ ਦਈ, ਕਿ ਵੀ ਮੈਂ ਉਹਨਾਂ ਲੋੜਾਂ ਦੇ ਵਿੱਚ ਫਸ ਕੇ ਰਹਿ ਜਾਂ ਤੇ ਮੇਰੀ ਸੇਵਾ ਪਿੱਛੇ ਰਹਿ ਜਾਏ। ਤੇ ਉਹ ਪਰਮਾਤਮਾ ਨੇ ਉੱਦਾਂ ਦਾ ਹੀ ਸਾਰਾ ਕੁਝ ਦਿੱਤਾ। ਤੇ ਮੈਂ ਅੱਜ ਵੀ ਧੰਨਵਾਦੀ ਹਾਂ ਪਰਮਾਤਮਾ ਦੀ, ਜਿਨ੍ਹਾਂ ਨੇ ਮਤਲਬ ਅਰਦਾਸ ਕਰਮਾਂ ਦੇ ਫਲ ਮਿਲਦੇ ਹੁੰਦੇ ਆ। ਐਂਡ ਤੁਹਾਡਾ ਜਿਹੜਾ ਇਨਵਾਇਰਨਮੈਂਟ ਆ, ਜਿਹੜੇ ਸੰਸਕਾਰ ਪੇਰੈਂਟਸ ਤੋਂ ਮਿਲੇ ਹੈ ਨਾ, ਮੈਂ ਇੱਕ ਚੀਜ਼ ਕਹਿਣਾ ਚਾਹਾਂਗੀ, ਜੋ ਮੈਮ ਨੇ ਦੱਸਿਆ ਨਾ ਕਿ ਵੀ ਪੇਰੈਂਟਸ ਨੇ ਇੱਦਾਂ ਪਰਵਰਿਸ਼ ਕੀਤੀ ਆ, ਨਿਤਨੇਮ ਕਰਨਾ, ਗੁਰਦੁਆਰੇ ਜਾਣਾ, ਜਾਂਦੇ ਜਾਂਦੇ ਵੀ ਨਿਤਨੇਮ ਕਰਨਾ। ਸੋ ਇਸ ਪ੍ਰਭ ਆਸਰਾ ਇਸ ਸੰਸਥਾ ਦੇ ਵਿੱਚ ਵੀ ਹਰ ਹਫਤੇ ਪਾਠ ਹੁੰਦਾ ਸੁਖਮਨੀ ਸਾਹਿਬ ਦਾ। ਬਿਲਕੁਲ ਜੀ, ਬੱਚੇ ਇਹ ਬੱਚਿਆਂ ਨੇ ਦੱਸਿਆ, ਬੱਚੇ ਵੀ ਦੋ ਤੁਕੀ ਪਾਠ ਕਰਦੇ ਨੇ। ਤੇ ਇਹ ਸਭ ਤੋਂ ਵੱਡੀ ਦੇਣ ਮੇਰੀ ਮਾਤਾ ਜੀ ਦੀ ਤੇ ਮੇਰੇ ਪਿਤਾ ਜੀ ਦੀ ਰਹੀ ਆ। ਉਹ ਵੀ ਮਤਲਬ ਸਾਡੀ ਮੈਰਿਜ ਜਦੋਂ ਸੰਸਥਾ ਸ਼ੁਰੂ ਹੋਈ ਆ, ਮਤਲਬ ਉਹ ਹਾਰਡਲੀ ਇੰਨੇ ਜ਼ਿਆਦਾ ਖੁਸ਼ ਸੀਗੇ ਕਿਉਂਕਿ ਉਹ ਪਹਿਲਾਂ ਹੀ ਨਿਸ਼ਕਾਮ ਸੇਵਾ ਕਰਦੇ ਸੀ। ਉਹਨਾਂ ਨੂੰ ਬੜਾ ਚੰਗਾ ਲੱਗਿਆ। ਤੇ ਪਹਿਲਾਂ ਤਾਂ ਘਰ ਤੋਂ ਆਉਂਦੇ ਨਹੀਂ ਸੀ, ਵੀ ਜਵਾਈ ਦੇ ਕੋਲ ਰਹਿਣਾ ਚੰਗਾ ਨਹੀਂ ਸੀ ਮਹਿਸੂਸ ਕਰਦੇ। ਫਿਰ ਜਦ ਅਸੀਂ ਕਿਹਾ ਵੀ ਤੁਸੀਂ ਸੇਵਾ ਨੂੰ ਦੇਖੋ, ਤੁਸੀਂ ਜਵਾਈ ਨੂੰ ਕਿਉਂ ਦੇਖਦੇ ਹੋ? ਵੀ ਅੱਜ ਕੱਲ੍ਹ ਤਾਂ ਧੀਆਂ ਮੁੰਡਿਆਂ ਤੋਂ ਉੱਪਰ ਹੈਗੀਆਂ। ਤੇ ਫਿਰ ਮੰਮਾ ਦਾ ਗੋਡਿਆਂ ਦਾ ਆਪਰੇਸ਼ਨ ਹੋਇਆ, ਅਸੀਂ ਧੱਕੇ ਨਾਲ ਚੱਕ ਲੈ ਕੇ ਆਏ। ਐਂਡ ਉਸ ਤੋਂ ਬਾਅਦ ਮੰਮਾ ਦਾ ਬੱਚਿਆਂ 'ਚ ਇੰਨਾ ਜ਼ਿਆਦਾ ਦਿਲ ਲੱਗਿਆ। ਸਾਰਾ ਚਿਲਡਰਨ ਹੋਮ ਉਹਨਾਂ ਦੇ ਅੰਡਰ ਹੀ ਕੰਮ ਕਰਦਾ ਹੈਗਾ। ਹਾਂਜੀ, ਸਟਾਫ ਹੋ ਗਿਆ, ਬੱਚੇ ਹੋ ਗਏ, ਬੀਬੀ ਜੀ ਕਰਦੇ ਫਿਰਦੇ ਆ ਉਹਨਾਂ ਦੇ ਪਿੱਛੇ। ਤੇ ਮਤਲਬ ਉਸ ਤੋਂ ਬਾਅਦ ਫਾਦਰ ਮਦਰ ਵਲੰਟਰਲੀ ਦਿਨ ਰਾਤ ਇੱਥੇ ਸੇਵਾ ਕਰਨ ਲੱਗੇ। ਤੇ ਮਤਲਬ ਸਾਨੂੰ ਕਈ ਵਾਰੀ ਇੱਦਾਂ ਲੱਗਦਾ ਸੀਗਾ ਕਿ ਸਾਡੇ ਫਾਦਰ ਸਾਡੇ ਨਾਲ ਜ਼ਿਆਦਾ ਐਕਟਿਵ ਹੋ ਕੇ ਕੰਮ ਕਰ ਰਹੇ ਆ। ਚਲੋ ਇਹ ਗੱਲ ਵੱਖਰੀ ਆ ਕਿ 2.5 ਸਾਲ ਹੋ ਗਏ, ਹੀ ਇਜ਼ ਨੋ ਮੋਰ। ਐਂਡ ਮਾਈ ਬ੍ਰਦਰ ਵਾਜ਼ ਆਲਸੋ ਵਰਕਿੰਗ ਵਿਦ ਅਸ, ਹੈ ਨਾ, ਉਹ ਵੀ ਵਲੰਟਰਲੀ ਕਰ ਰਹੇ ਸੀ, ਹੀ ਇਜ਼ ਆਲਸੋ ਨੋ ਮੋਰ। ਤੇ ਮਤਲਬ ਇਹ ਘਰ ਵਿੱਚ ਹੀ ਹੁਣ ਮੇਰੀ ਸਿਸਟਰ ਹੈ, ਸ਼ੀ ਇਜ਼ ਇਨ ਅਮੈਰੀਕਾ। ਮੰਮਾ ਨੂੰ ਹੁਣ ਉਹ ਲੈ ਕੇ ਗਏ ਰੀਸੈਂਟਲੀ, ਤੇ ਉੱਥੇ ਉਹਨਾਂ ਨੇ ਰਿਵਰ ਸਾਈਡ ਇੱਕ ਅਲੱਗ ਤੋਂ ਘਰ ਲਿਆ ਜਿੱਥੇ ਉਹਨਾਂ ਨੇ ਨਿਆਸਰਿਆਂ ਨੂੰ ਰੱਖਿਆ ਹੈ। ਤੇ ਹੁਣ ਕਹਿ ਰਹੀ ਆ ਵੀ ਮੇਰੇ ਕੋਲ ਨਾ ਫੰਡ ਨਹੀਂ, ਆਪਾਂ ਦੇਖਦੇ ਹਾਂ ਨਾਲ ਹੋਰ ਜਗ੍ਹਾ ਮਿਲਦੀ ਆ ਜੇ ਪ੍ਰਭਾਸ਼ਾ ਦੇ ਨਾਲ ਆਪਾਂ ਹਜੇ ਮੇਰੇ ਤੱਕ ਹੀ ਗੱਲ ਪਹੁੰਚੀ ਆ ਕੱਲ ਪਰਸੋਂ ਹੀ। ਤੇ ਮੈਂ ਆਪਣੇ ਹਸਬੈਂਡ ਨਾਲ ਸ਼ੇਅਰ ਨਹੀਂ ਕੀਤੀ ਵੀ ਆਪਾਂ ਹੋਰ ਜਗ੍ਹਾ ਲੈ ਕੇ ਇੱਥੇ ਵੱਡਾ ਸਾਰਾ ਨਿਆਸਰਿਆਂ ਦਾ ਘਰ ਬਣਾਉਣਾ ਹੈਗਾ। ਚੰਗੀ ਗੱਲ ਹੈ। ਹਾਂ, ਮਤਲਬ ਇਹ ਸੰਸਕਾਰ ਜਿਵੇਂ ਕਿ ਗੁਰੂ ਸਾਹਿਬਾਨ ਨੇ ਬਚਪਨ ਤੋਂ ਹੀ ਮਦਰ ਫਾਦਰ ਦੇ ਥਰੂ ਦਿੱਤੇ। ਤੇ ਅੱਗੇ ਹਸਬੈਂਡ ਉਹ ਤਾਂ ਮਤਲਬ ਤੁਸੀਂ ਜਾਣਦੇ ਹੀ ਹੋ ਉਹਨਾਂ ਦੀਆਂ ਸਾਰੀ, ਕਹਿੰਦੇ ਕਿ ਕੈਪਟਨ ਆਫ ਦਾ ਸਾਡੇ ਵੱਲੋਂ ਪੂਰਜੋਰ ਕੋਸ਼ਿਸ਼ ਹੈ ਜੇ ਸੰਗਤ ਦਾ ਚੰਗਾ ਹੁੰਗਾਰਾ ਮਿਲਿਆ, ਚੰਗਾ ਸਹਿਯੋਗ ਮਿਲਦਾ ਤੇ ਵਿਦਿਨ 6 ਮੰਥਸ ਅਸੀਂ ਆਸ ਕਰਦੇ ਹਾਂ ਕਿ ਵੀ ਇਹ ਰੈਡੀ ਹੋ ਜਾਏਗੀ ਬਿਲਡਿੰਗ। ਤੇ ਅਦਰਵਾਈਜ਼ ਲੰਗਰ ਹਾਲ ਜਿਹੜਾ ਹੈਗਾ ਉਹ ਤਕਰੀਬਨ ਅਸੀਂ
ਮਹੀਨੇ ਦੇ ਅੰਦਰ ਅੰਦਰ ਕੋਸ਼ਿਸ਼ ਕਰ ਰਹੇ ਹਾਂ ਕਿ ਹਾਂਜੀ ਰੈਡੀ ਹੋ ਜਾਏ ਤੇ ਚੱਲਦਾ ਹੋ ਜਾਏ। ਉਸ ਤੋਂ ਬਾਅਦ ਅਸੀਂ ਮਤਲਬ ਜਿਹੜਾ ਚਿਲਡਰਨ ਹੋਮ ਹੈਗਾ ਬੱਚਿਆਂ ਦਾ ਉਹਦੀ ਐਕਸਪੈਂਸ਼ਨ ਕਰਨੀ ਆ, ਕਿਉਂਕਿ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਬੱਚੇ ਕਾਫੀ ਵੱਧ ਗਏ ਆ ਤੇ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਅਲੱਗ-ਅਲੱਗ ਸੈਗਰੀਗੇਟ ਕਰਨ ਦੀ ਲੋੜ ਆ। ਉਹਨਾਂ ਵਿੱਚ ਸਪੈਸ਼ਲ ਨੀਡਸ ਵਾਲੇ ਬੱਚੇ ਕਾਫੀ ਜ਼ਿਆਦਾ ਹੈਗੇ ਆ ਤੇ ਛੋਟੇ ਜਿਹੜੇ ਨੋਰਮਲ ਬੱਚੇ ਹੈਗੇ ਮੁੰਡੇ ਹੈਗੇ ਆ ਉਹ ਅਲੱਗ ਕਰਨ ਦੀ ਲੋੜ ਆ ਉਹਨਾਂ ਦੇ ਵਿੱਚ। ਤੇ ਜਿਹੜੇ ਕਿ ਵੱਡੀਆਂ ਹੈਗੀਆਂ ਲੜਕੀਆਂ ਉਹਨਾਂ ਨੂੰ ਵੀ ਤੁਹਾਨੂੰ ਪਤਾ ਹੈ ਕਿ ਡਿਸਟਰਬੈਂਸ ਦੇ ਨਾਲ ਫਿਰ ਸਟੱਡੀ ਵਿੱਚ ਮੁਸ਼ਕਲਾਂ ਆਉਂਦੀਆਂ। ਬੱਚੇ ਵੱਡੇ ਹੋ ਰਹੇ ਆ ਤਾਂ ਉਹਨਾਂ ਨੂੰ ਅਲੱਗ-ਅਲੱਗ ਰੂਮਸ ਚਾਹੀਦੇ ਹੈਗੇ ਆ। ਇਸ ਕਰਕੇ ਸੰਗਤ ਦੇ ਸਹਿਯੋਗ ਦੇ ਨਾਲ ਤੇ ਪਰਮਾਤਮਾ ਦੀ ਕਿਰਪਾ ਨਾਲ ਜ਼ਰੂਰ ਪੋਸੀਬਲ ਹੋਏਗਾ ਜੀ। ਅੱਛਾ ਮੈਮ, ਡੋਨੇਸ਼ਨ ਦੀ ਜਦੋਂ ਵਾਰੀ ਆਉਂਦੀ ਨਾ, ਸੋ ਕਿਸ ਤਰੀਕੇ ਦੇ ਨਾਲ, ਜਿਵੇਂ ਜਦੋਂ ਅਸੀਂ ਆਏ ਸੀਗੇ ਤਾਂ ਉਦੋਂ ਲਾਈਕ ਰਾਸ਼ਨ ਕਾਫੀ ਸਾਰਾ ਹੈ ਨਾ, ਤੁਸੀਂ ਕਿਹਾ ਕਿ ਇਸੇ ਤਰੀਕੇ ਨਾਲ ਲੋਕ ਆ ਜਿਹੜੇ ਸੇਵਾ ਕਰਦੇ ਰਹਿੰਦੇ ਨੇ। ਸੋ ਡੋਨੇਸ਼ਨ ਕਿਸ ਤਰ੍ਹਾਂ ਦੀ ਆਉਂਦੀ ਆ? ਕੈਸ਼ ਆਉਂਦੀ ਆ ਜਾਂ ਫਿਰ ਕੱਪੜੇ ਵੀ ਆਉਂਦੇ ਨੇ? ਸੋ ਪਲੀਜ਼ ਦੱਸੋ। ਹਾਂਜੀ, ਸਾਡੇ ਕੋਲ ਇਨ ਕਾਈਂਡ 'ਚ ਬਹੁਤ ਚੀਜ਼ਾਂ ਆ ਜਾਂਦੀਆਂ, ਜਿਵੇਂ ਕੱਪੜਾ ਲੀੜਾ ਤਾਂ ਕਾਫੀ ਲੋਕ ਯੂਜ਼ਡ ਵੀ ਸਾਨੂੰ ਦੇ ਜਾਂਦੇ ਆ, ਈਵਨ ਕਿ ਨਿਊ ਵਨ ਵੀ ਦੇ ਜਾਂਦੇ ਆ। ਰਾਸ਼ਨ ਆ ਜਾਂਦਾ ਹੈਗਾ ਤੇ ਕੁਝ ਚੀਜ਼ਾਂ ਹੈਗੀਆਂ ਕਿ ਕਈ ਵਾਰੀ ਡਿਮਾਂਡ ਕਰ ਲੈਂਦੇ ਆ ਕਿ ਤੁਹਾਡੇ ਕੋਲ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ ਸਾਨੂੰ ਦੱਸ ਦਿਓ, ਤੇ ਅਸੀਂ ਉਹ ਵੀ ਫਿਰ ਸੰਗਤ ਨਾਲ ਸ਼ੇਅਰ ਕਰੀਦਾ ਵੀ ਸਾਡੀ ਇਹ ਲੋੜਾਂ ਹੈਗੀਆਂ। ਤੇ ਬਾਕੀ ਕੈਸ਼ 'ਚ ਵੀ ਆਉਂਦਾ ਹੈ ਬਾਈ ਚੈੱਕ ਜਾਂ ਡੀਡੀ ਰਾਹੀਂ। ਹਾਂਜੀ, ਤੇ ਫੋਰਨ ਤੋਂ ਵੀ ਕੁਝ ਸੱਜਣ ਮਤਲਬ ਉੱਥੋਂ FCRA ਦੇ ਥਰੂ ਜਾਂ ਉੱਥੇ ਦੇ ਅਕਾਊਂਟਸ ਵਿੱਚ ਵੀ ਜਮ੍ਹਾਂ ਕਰਵਾ ਦਿੰਦੇ ਆ ਜਿਹੜੇ ਉੱਥੇ ਰਜਿਸਟਰਡ ਹੈਗੇ ਆ। ਓਕੇ ਜੀ, ਠੀਕ ਹੈ। ਸੋ ਰੱਬ ਭਲੀ ਕਰੇ ਉਹਨਾਂ ਦੀ ਜਿਹੜੇ ਕਿ ਇਸ ਤਰੀਕੇ ਨਾਲ ਸੇਵਾ ਕਰ ਰਹੇ ਨੇ। ਅੱਛਾ ਮੈਮ, ਬਹੁਤ ਸਾਰੇ ਕੇਸਿਸ ਆ ਜਿਹੜੇ ਆਉਂਦੇ ਰਹਿੰਦੇ ਨੇ ਡੇਲੀ ਦੀਆਂ, ਤੁਸੀਂ ਕਿਹਾ ਕਿ ਬਹੁਤ ਸਾਰੀਆਂ ਕਾਲਸ ਆਉਂਦੀਆਂ ਤੁਹਾਨੂੰ, ਹੈ ਨਾ। ਸੋ ਤੁਸੀਂ ਕਿਸ ਤਰੀਕੇ ਨਾਲ ਮਤਲਬ ਕਿ ਉਹ ਤੁਹਾਨੂੰ ਕੰਟੈਕਟ ਕਰਦੇ ਨੇ ਤੇ ਤੁਸੀਂ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਵੀ ਤੁਹਾਨੂੰ ਲੱਗਦਾ ਕਿ ਨਹੀਂ ਇਹਨਾਂ ਨੂੰ ਲੋੜ ਆ, ਨਹੀਂ ਤਾਂ ਕਈ ਤਾਂ ਐਵੇਂ ਜਾਣ ਕੇ ਵੀ ਕੰਟੈਕਟ ਕਰਨ ਲੱਗ ਜਾਂਦੇ ਨੇ। ਸੋ ਕਿਵੇਂ ਤੁਸੀਂ ਵੈਰੀਫਿਕੇਸ਼ਨ ਕਰਦੇ ਹੋ ਉਸ ਚੀਜ਼ ਦੀ? ਮੋਸਟਲੀ ਜਿਵੇਂ ਫੈਮਿਲੀ 'ਚ ਹੈਲਦੀ ਇਨਵਾਇਰਨਮੈਂਟ ਹੈਗਾ, ਉਹਨਾਂ ਕੋਲ ਪੈਸਾ ਕਾਫੀ ਹੈਗਾ ਤੇ ਮਤਲਬ ਉਹ ਕੇਅਰ ਕਰਨ ਦੇ ਕਾਬਿਲ ਹੈਗੇ ਆ, ਹੈ ਨਾ। ਕਿਸੇ ਹੋਰ ਵੀ NGO 'ਚ ਉੱਥੇ ਜਿੱਥੇ ਪੈਸੇ ਲੈਂਦੇ ਹੈਗੇ ਆ ਉੱਥੇ ਵੀ ਐਡਮਿਟ ਕਰਵਾਇਆ ਜਾ ਸਕਦਾ ਜਾਂ ਹਸਪੀਟਲ 'ਚ ਰੱਖ ਕੇ ਉਹਨਾਂ ਦੀ ਕੇਅਰ ਕੀਤੀ ਜਾ ਸਕਦੀ ਹੈ। ਕਈਆਂ ਨੂੰ ਤਾਂ ਬਹੁਤ ਮਾਈਨਰਸ ਦੀਆਂ ਪ੍ਰੋਬਲਮ ਹੁੰਦੀਆਂ, ਥੋੜ੍ਹੇ ਜਿਹੇ ਟਰੀਟਮੈਂਟ ਦੇ ਨਾਲ ਹੀ ਇੰਪਰੂਵ ਹੋ ਸਕਦੇ ਆ। ਪਰ ਕਈਆਂ ਦੇ ਘਰ ਦੇ ਵਿੱਚ ਕੋਈ ਮਤਲਬ ਹੁਣ ਜਿਵੇਂ ਬਜ਼ੁਰਗ ਮਾਤਾ ਹੋ ਗਈ ਆ, ਹੈ ਨਾ, ਤੇ ਘਰ ਦੇ ਵਿੱਚ ਕੋਈ ਬੱਚਾ ਹੈ ਨਹੀਂ ਹੈ ਜਾਂ ਉਹਨਾਂ ਨੇ ਅੱਗੇ ਮੈਰਿਜ ਨਹੀਂ ਕਰਾਈ। ਜਿਵੇਂ ਇੱਕ ਆਪਾਂ ਨੇ ਅੱਜ ਕੇਸ ਦੇਖਿਆ ਸੀਗਾ, ਉਹਨਾਂ ਦੀ ਸਿਸਟਰ ਹੈ ਉਹ ਰੋ ਰਿਹਾ, ਚਾਹੇ ਸਿਸਟਰ ਗਰੀਬ ਵੀ ਹੈਗੀ ਆ। ਪ੍ਰੋਬਲਮ ਕੀ ਹੁੰਦੀ ਆ ਕਿ ਸਹੁਰੇ ਪਰਿਵਾਰ 'ਚ ਇੱਕ ਬੱਚੀ ਨੂੰ ਆਪਣੇ ਸਹੁਰੇ ਪਰਿਵਾਰ 'ਚ ਰੱਖਣਾ ਬਹੁਤ ਵੱਡੀ ਮੁਸ਼ਕਲ ਹੈਗੀ ਆ ਨਾ, ਬਹੁਤ ਮੁਸ਼ਕਲ ਹੈਗਾ। ਉਹ ਨਹੀਂ ਕਈ ਵਾਰੀ ਸਹੁਰੇ ਪਰਿਵਾਰ ਅਕੋਮੋਡੇਟ ਕਰ ਸਕਦੇ ਤੇ ਐਦਾਂ ਦੇ ਕਈ ਪਰਿਵਾਰ ਹੁੰਦੇ ਆ ਅਕੋਮੋਡੇਟ ਕਰ ਲੈਂਦੇ ਆ, ਪਰ ਇਹਨਾਂ ਨੇ ਖੁਦ ਹੀ ਫੀਲ ਕੀਤਾ ਕਿ ਵੀ ਨਹੀਂ ਉਹ ਬਹੁਤ ਪੂਅਰ ਹੈਗੇ ਆ, ਹੈ ਨਾ, ਤੇ ਇਸ ਤਰ੍ਹਾਂ ਉਹਨਾਂ ਨੇ ਮੈਰਿਜ ਨਹੀਂ ਕਰਵਾਈ, ਬੱਚੇ ਹੈ ਨਹੀਂ ਗੇ। ਫਿਰ ਇੱਦਾਂ ਦੇ ਕਈ ਲੋੜਵੰਦ ਇੰਨੇ ਕੁ ਜ਼ਿਆਦਾ ਹੈਗੀਆਂ ਕਿ ਉਹਨਾਂ ਨੂੰ ਇਗਨੋਰ ਕੀਤਾ ਹੀ ਨਹੀਂ ਜਾ ਸਕਦਾ। ਬਟ ਮੋਸਟਲੀ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਜਿਨ੍ਹਾਂ ਦਾ ਕੋਈ ਵੀ ਨਹੀਂ ਆ ਅਸੀਂ ਉਹਨਾਂ ਦੀ ਕੇਅਰ ਕਰੀਏ, ਜਿਹੜੇ ਵਿਚਾਰੇ ਲਾਵਾਰਿਸ ਹੈ, ਗੁੰਮਸ਼ੁਦਾ ਹੈਗੇ ਆ, ਮਿਸਿੰਗ ਹੈਗੇ ਆ, ਡੈਸਟੀਟਿਊਟ ਹੈਗੇ ਆ, ਅਬੈਂਡਨਡ ਹੈਗੇ ਆ, ਤੇ ਜਿਹੜੇ ਘਰਾਂ 'ਚ ਜਿਨ੍ਹਾਂ ਦੀਆਂ ਫੈਮਲੀਜ਼ ਕੇਅਰ ਕਰ ਸਕਦੀਆਂ, ਆਪਾਂ ਨੂੰ ਉਹਨਾਂ ਦੀ ਕੇਅਰ ਘਰ ਵਿੱਚ ਕਰਨੀ ਚਾਹੀਦੀ ਹੈ। ਬਣਦਾ ਹੈ, ਸਾਡੀ ਡਿਊਟੀ ਬਣਦੀ ਹੈ, ਅਸੀਂ ਆਪਣੀ ਡਿਊਟੀ ਨਿਭਾਈਏ। ਇਸ ਤਰ੍ਹਾਂ ਹੀ ਕੋਸ਼ਿਸ਼ ਕਰੀਦੀਆਂ। ਕਾਲਸ ਤਾਂ ਤਕਰੀਬਨ ਡੇਲੀ ਦੀਆਂ ਹੰਡਰਡਸ ਹੀ ਕਾਲਸ ਆਉਂਦੀਆਂ ਹੈਗੀਆਂ। ਇਹ ਹੈਲਪਲਾਈਨ ਨੰਬਰ ਹੀ ਬਣੇ ਹੋਏ ਆ ਜੀ, ਡੈਫੀਨੇਟਲੀ। ਸੋ ਜਿੱਥੇ ਸਾਨੂੰ ਲੋੜ ਹੁੰਦੀ ਹੈ ਅਸੀਂ ਉੱਥੇ ਕਾਲ ਕਰਕੇ ਕਹਿ ਦਿੰਦੇ ਹਾਂ ਕਿ ਸਾਨੂੰ ਇਹ ਲੋੜ ਹੈ, ਚਾਹੇ ਜਿਨ੍ਹਾਂ ਨੇ ਪੁਲਿਸ ਨੂੰ ਕਾਲ ਕਰਨੀ ਹੋਵੇ 100 ਤੇ ਜਾਂ ਫਿਰ ਹੈ ਨਾ ਹਾਂਜੀ ਹੈਲਪਲਾਈਨਸ ਹੈਗੀਆਂ 112, ਜਿੱਥੇ ਕੋਈ ਲਾਵਾਰਿਸ ਜਾਂ ਲਾਚਾਰ ਵਿਚਾਰਾ ਮਿਲਦਾ ਹੈਗਾ ਉਹਨੂੰ ਕਾਲ ਕਰ ਸਕਦੇ ਆ। ਈਵਨ ਕਿ 112 ਨਾ ਕਰੇ ਹੈਲਪ ਤਾਂ 181 ਹੈਲਪਲਾਈਨ ਹੈਗੀ ਆ ਇੰਡੀਆ ਵਿੱਚ, ਉਹਦੇ ਤੇ ਕਾਲ ਕਰ ਸਕਦੇ ਆ। ਜੇ ਕੋਈ ਛੋਟੀ ਮੋਟੀ ਕੋਈ ਹੋਰ ਪ੍ਰੋਬਲਮ ਹੈ 100 ਨੰਬਰ ਤੇ ਕਾਲ ਕਰ ਸਕਦੇ ਆ। 1098 ਲੇਡੀਜ਼ ਵਾਸਤੇ ਹੈਗਾ, ਉੱਥੇ ਵੀ ਕਾਲ ਕਰ ਸਕਦੇ ਹੈਗੇ ਆ। ਚਾਈਲਡ ਲਾਈਨ ਤੇ ਫੋਨ ਕਰ ਸਕਦੇ ਆ ਬੱਚਿਆਂ ਦੇ। ਡੈਫੀਨੇਟਲੀ। ਸੋ ਹਰ ਇੱਕ ਦੇ ਲਈ ਪ੍ਰੋਬਲਮ ਜਿਹਨੂੰ ਵੀ ਆ ਉਹ ਸੋਲਿਊਸ਼ਨ ਹੈਗਾ ਆ। ਅੱਛਾ ਮੈਮ, ਇੱਕ ਮੈਸੇਜ ਲਾਈਕ ਸਮਾਂ ਮੈਂ ਜ਼ਿਆਦਾ ਨਹੀਂ ਲਵਾਂਗੀ, ਇੱਕ ਮੈਸੇਜ ਕੀ ਦੇਣਾ ਚਾਹੋਗੇ ਆਪਣੇ ਲੋਕਾਂ ਨੂੰ ਕਿ ਆਪਣੇ ਬਜ਼ੁਰਗਾਂ ਨੂੰ ਬਚਾਓ, ਆਪਣੇ ਪਰਿਵਾਰ ਨੂੰ ਬਚਾਓ, ਪਿਆਰ ਮਿਲੂਗਾ, ਪਿਆਰ ਤੁਸੀਂ ਵੰਡੋਗੇ ਉਹੀ ਚੀਜ਼ ਤੁਹਾਨੂੰ ਮਿਲੇਗਾ, ਕੀ ਕਹਿਣਾ ਚਾਹੋਗੇ? ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਹਮੇਸ਼ਾ ਸਾਨੂੰ ਮੌਤ ਨੂੰ ਯਾਦ ਰੱਖਣਾ ਚਾਹੀਦਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਏ ਵਾਰੀਏ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਏ। ਜੇ ਸਾਨੂੰ ਮੌਤ ਯਾਦ ਹੈ ਨਾ, ਮਾਇਆ ਦੇ ਮਗਰ ਨਹੀਂ ਪਵਾਂਗੇ। ਮਾਇਆ ਮਮਤਾ ਮੋਹ ਨੀ ਜਿਨੇ ਭਰਮ ਭੁਲਾਇਆ। ਜੇ ਕਿਉਂਕਿ ਸਾਡੇ ਨਾਲ ਮਾਇਆ ਨੇ ਨਹੀਂ ਜਾਣਾ,
ਸਿਰਫ ਇਨਸਾਨੀਅਤ ਨੇ ਜਾਣਾ, ਸਾਡੀਆਂ ਗੁੱਡ ਡੀਡਸ ਨੇ ਜਾਣਾ। ਇਸ ਲਈ ਆਪਾਂ ਹਰ ਇੱਕ ਦਾ ਸਤਿਕਾਰ ਕਰੀਏ, ਆਪਣੇ ਬਜ਼ੁਰਗਾਂ ਦੀ ਵੀ ਰਿਸਪੈਕਟ ਕਰੀਏ। ਜਿਵੇਂ ਉਹ ਸਾਨੂੰ ਬਚਪਨ 'ਚ ਸੰਭਾਲਦੇ ਸੀ, ਉੱਦਾਂ ਹੀ ਸਾਨੂੰ ਵੱਡੇ ਹੋ ਕੇ ਉਹਨਾਂ ਨੂੰ ਕੇਅਰ ਕਰਨ ਦੀ ਲੋੜ ਹੈਗੀ ਆ, ਬਿਕੋਜ਼ ਉਹ ਵੀ ਬੱਚਿਆਂ ਵਾਂਗੂ ਚੱਲਣ ਤੋਂ ਅਸਮਰਥ ਹੋ ਜਾਂਦੇ ਆ। ਉਹਨਾਂ ਨੂੰ ਉੱਚਾ ਸੁਣਨਾ ਸ਼ੁਰੂ ਹੋ ਜਾਂਦਾ, ਉਹਨਾਂ ਨੂੰ ਵੀ ਫੀਡ ਕਰਨ ਦੀ ਲੋੜ ਆ ਜਿੱਦਾਂ ਅਸੀਂ ਆਪਣੇ ਬੱਚਿਆਂ ਨੂੰ ਕਰਦੇ ਹਾਂ। ਇਸ ਕਰਕੇ ਮੌਤ ਨੂੰ ਯਾਦ ਰੱਖੀ, ਕੱਲ੍ਹ ਨੂੰ ਅਸੀਂ ਜਾਣਾ ਕਿੱਦਾਂ ਹੈ, ਕਿੱਥੇ ਜਾਣਾ ਤੇ ਕੌਣ ਸਾਡੀ, ਜੇ ਸਾਨੂੰ ਕੱਲ੍ਹ ਨੂੰ ਕੋਈ ਐਕਸੀਡੈਂਟ ਹੋ ਗਿਆ, ਸਾਡੀ ਕੋਈ ਪ੍ਰੋਬਲਮ ਹੋ ਗਈ, ਕੌਣ ਸਾਨੂੰ ਸੰਭਾਲੇਗਾ? ਕਿਉਂਕਿ ਸਾਡੇ ਬੱਚੇ ਸਾਡੇ ਤੋਂ ਹੀ ਸਿੱਖਦੇ ਆ ਤੇ ਉਹਨਾਂ ਨੂੰ ਅੱਛੀਆਂ ਸੰਸਕਾਰ ਦਈਏ ਤਾਂ ਕਿ ਉਹ ਕੱਲ੍ਹ ਨੂੰ ਸਾਨੂੰ ਸੰਭਾਲਣ ਯੋਗ ਬਣਨ। ਡੈਫੀਨੇਟਲੀ। ਤੇ ਮੈਂ ਉਮੀਦ ਕਰਦੀ ਹਾਂ ਜਿਹੜੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਣੀ ਆ। ਜੇਕਰ ਅਸੀਂ ਇਸ ਤਰੀਕੇ ਦੀ ਸੋਚ ਆਪਣੇ ਅੰਦਰ ਵਿਕਸਿਤ ਕਰ ਲਈਏ ਨਾ, ਮੈਨੂੰ ਲੱਗਦਾ ਅਸੀਂ ਜਹਾਨ ਜਿੱਤ ਸਕਦੇ ਹਾਂ। ਜਦੋਂ ਸਾਨੂੰ ਸਾਡੇ ਪੇਰੈਂਟਸ ਦੀ ਲੋੜ ਹੁੰਦੀ ਹੈ ਨਾ, ਉਹ ਸਾਰਾ ਸਮਾਂ ਦਿੰਦੇ ਨੇ। ਕਹਿੰਦੇ ਆ ਕਿ ਇੱਕ ਮਾਂ ਗਿੱਲੀ ਥਾਂ 'ਤੇ ਆਪ ਪੈ ਜਾਂਦੀ, ਬਟ ਆਪਣੇ ਬੱਚੇ ਨੂੰ ਸੁੱਕੀ ਥਾਂ 'ਤੇ ਪਾਉਂਦੀ ਆ। ਤੇ ਜਦੋਂ ਪੇਰੈਂਟਸ ਨੂੰ ਸਾਡੀ ਲੋੜ ਹੁੰਦੀ ਆ, ਸਾਨੂੰ ਵੀ ਉਹਨਾਂ ਨੂੰ ਸੰਭਾਲਣਾ ਚਾਹੀਦਾ ਆ। ਪ੍ਰਭ ਆਸਰਾ ਹੈਗਾ ਉਹਨਾਂ ਲਈ ਜਿਨ੍ਹਾਂ ਨੂੰ ਤੁਸੀਂ ਨਹੀਂ ਸਾਂਭਦੇ, ਜਾਂ ਫਿਰ ਉਹਨਾਂ ਨੂੰ ਪ੍ਰਭ ਆਸਰਾ ਸਾਂਭਦੀ, ਉਹਨਾਂ ਨੂੰ ਪ੍ਰੋਪਰ ਨੀਡਸ ਉਹਨਾਂ ਦੀਆਂ ਪੂਰੀਆਂ ਕਰਦੀ ਆ। ਪਰ ਫਿਰ ਵੀ ਜਿੰਨਾ ਕੁ ਸਾਂਭ ਸਕਦੇ ਹੋ ਸਾਂਭ ਲਓ। ਤੇ ਉਮੀਦ ਕਰਦੇ ਗੱਲਬਾਤ ਚੰਗੀ ਲੱਗੀ ਹੋਣੀ ਆ। ਸਤਿ ਸ਼੍ਰੀ ਅਕਾਲ ਜੀ, ਜੁੜੇ ਰਹੋ ਜਸ ਪੰਜਾਬੀ ਦੇ ਨਾਲ।